ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਬੀੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ, ਹੋਰ ਹੋਮੈ ਚਖਣਾ ਚਾਖ। ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਬਿਆਨ ਕਰ ਰਹੇ, ਮੇਰੇ ਦਾਤਾ ਜੀ ਦੱਸ ਰਹੇ ਆ, ਗੁਰੂ ਨਾਨਕ ਪਾਤਸ਼ਾਹ ਸੋਝੀ ਬਖਸ਼ ਰਹੇ, ਕਲਯੁਗੀ ਜੀਵਨ ਨੂੰ ਸਿੱਧਾ ਰਸਤਾ ਜਿਹੜਾ ਦੱਸ ਰਹੇ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਰਸਤਾ ਦਿਖਾ ਰਹੇ ਆ। ਮੇਰੇ ਪਾਤਸ਼ਾਹ ਵਾਹਿਗੁਰੂ ਜੀ ਦੱਸ ਰਹੇ ਆ ਕਿ ਜਿਹੜਾ ਬਹੁਤਾ ਪੜ ਗੱਡੀ ਲੱਦੀ ਹੈ, ਪੜ ਗੱਡੀ ਲੱਦੀ। ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਮਹਾਰਾਜ ਫਰਮਾ ਰਹੇ, ਕਹਿੰਦੇ ਮਹਾਰਾਜ ਕਹਿੰਦੇ ਕਿ ਕੋਈ ਪੜ ਕੇ ਗੱਡੀ ਲੱਦ ਲਵੇ। ਉਸ ਨਾਲ ਕਹਿੰਦੇ ਜਿੰਨੀਆਂ ਮਰਜ਼ੀ ਗੱਡੀਆਂ ਭਰ ਲਏ ਕਿਤਾਬਾਂ ਦੇ ਨਾਲ, ਪੜ ਕੇ ਗੱਡੀਆਂ ਭਰ ਲਈ ਕਿਤਾਬਾਂ ਦੀਆਂ ਨਾਲ ਲਈ ਫਿਰੇ। ਗਿਆਨਵਾਨ ਜਿੰਨਾ ਮਰਜ਼ੀ ਕੋਈ ਹੋ ਜਾਏ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੜ ਕੇ ਕਿਤਾਬਾਂ ਪੜ੍ਹ ਲਈ, ਗੱਡੀਆਂ ਭਰ ਕੇ ਕਿਤਾਬਾਂ ਦੀਆਂ ਜਿਹੜੀਆਂ ਪੜ੍ਹ ਲਈ, ਇੰਨੀ ਗਿਣਤੀ ਦੇ ਵਿੱਚ ਕਿਤਾਬਾਂ ਪੜ੍ਹੇ ਕਿ ਉਹਦੀਆਂ ਗੱਡੀਆਂ ਭਰ ਜਾਣ। ਪੜ ਭਰੀਏ ਸਾਥ, ਕਹਿੰਦੇ ਜਿਹੜੇ ਉਹਦੇ ਨਾਲ ਦੇ ਸਾਥ ਆ, ਭਾਵ ਪੜ ਭਰੀਏ ਸਾਥ, ਕਿ ਜਿਹੜੇ ਨਾਲ ਦੇ ਸਾਥ ਆ, ਉਹਦੇ ਸੰਗੀ ਸਾਥੀ ਆ, ਉਹਨਾਂ ਨੂੰ ਵੀ ਕਿਤਾਬਾਂ ਫੜਾ ਦਈਏ, ਉਹਨਾਂ ਨੂੰ ਵੀ ਕਿਤਾਬਾਂ ਫੜਾ ਦਈਏ ਅਤੇ ਉਹ ਵੀ ਪੜ੍ਹ ਲੈਣ, ਕਿਤਾਬਾਂ ਪੜ੍ਹ ਲੈਣ, ਭਾਵ ਉਹ ਵੀ ਗਿਆਨਵਾਨ ਹੋ ਜਾਣ। ਉਹਨਾਂ ਨੂੰ ਵੀ ਕਿਤਾਬਾਂ ਦਾ ਗਿਆਨ ਵੰਡ ਦਈਏ, ਉਹਨਾਂ ਦੇ ਹੱਥਾਂ ਵਿੱਚ ਵੀ ਕਿਤਾਬਾਂ ਫੜਾ ਦਈਏ ਅਤੇ ਉਹ ਵੀ ਗਿਆਨਵਾਨ ਹੋ ਜਾਣ, ਉਹ ਵੀ ਪੜ੍ਹਨ ਲੱਗ ਜਾਣ। ਜਿੱਦਾਂ ਡੇਰਿਆਂ ਦੇ ਅੱਜ ਕੱਲ੍ਹ ਸਤਸੰਗ, ਡੇਰਿਆਂ ਦੇ ਵਿੱਚ ਚੇਲੇ ਜਿਹੜੇ ਆ ਭਰੇ ਹਜ਼ਾਰਾਂ, ਕਿਸੇ ਕੋਲ 500 ਲੱਖਾਂ। ਪਿਛਲੇ ਸਮੇਂ ਦੇ ਵਿੱਚ ਵੀ ਇੱਦਾਂ ਪੰਡਤਾਂ ਦੇ ਕੋਲ ਹੁੰਦੇ ਸੀ, ਉਹ ਪੰਡਤ ਨਾਲ ਲੈ ਕੇ ਚੱਲਦੇ ਸੀ, ਉਹਨਾਂ ਨੂੰ ਗਿਆਨ ਦਿੰਦੇ ਸੀ। ਅਤੇ ਅੱਜ ਕੱਲ੍ਹ ਵੀ ਜਿਹੜੇ ਕਿ ਪੰਡਤ ਜਿਹੜੇ ਆਪਾਂ ਜਿਹੜੇ ਦੱਸ ਦਈਏ, ਮਤਲਬ ਉਹਨਾਂ ਨੂੰ ਜਿਹੜੇ ਚੇਲੇ ਆ ਉਹਨਾਂ ਨੂੰ ਗਿਆਨ ਦੇ ਦਈਏ, ਉਹਨਾਂ ਨੂੰ ਵੀ ਕਿਤਾਬਾਂ ਪੜ੍ਹਾ ਦਈਏ, ਲੱਖਾਂ ਗਿਆਨ ਮਤਲਬ ਚਰਚਾ ਕਰਨ ਦੇ ਯੋਗ ਬਣਾ ਦਈਏ ਉਹਨਾਂ ਨੂੰ। ਸਿਰਫ ਕੇਵਲ ਅਤੇ ਕੇਵਲ ਚਰਚਾ ਦੀ ਗੱਲ ਤੇ ਕਿ ਚਰਚਾ ਕਰਨ ਦੇ ਯੋਗ ਬਣਾ ਦਈਏ ਉਹਨਾਂ ਨੂੰ, ਉਹ ਚਰਚਾ ਕਰ ਸਕਦੇ। ਅੱਜ ਕੱਲ੍ਹ ਵੀ ਸਤਸੰਗ ਤਾਂ ਇਹੀ ਆ, ਕਿਤਾਬਾਂ ਪੜ੍ਹ ਕੇ ਵਿਦਵਾਨ ਬਣੇ ਆ ਸਾਰੇ, ਘਰ ਵਿਦਵਾਨ। ਬਸ ਜਿੱਥੇ ਚਰਚਾ ਕਰ ਲਓ, ਜਿੱਥੇ ਕਿ ਲੜਾਈ ਉਲਝੀ ਆਪਸ 'ਚ ਹੀ ਨਹੀਂ ਭੇਦ ਮਤਭੇਦ ਆ, ਕਿਉਂਕਿ ਸਾਰੇ ਹੀ ਅੰਦਰੋਂ ਖਾਲੀ ਆ ਅਸਲ ਦੇ ਵਿੱਚ। ਅਤੇ ਸਾਧ ਸੰਗਤ ਜਿਹੜਾ ਖਾਲੀ, ਜਿਹੜਾ ਮਤਲਬ ਭਾਂਡਾ ਅੰਦਰੋਂ ਖਾਲੀ ਉਹੀ ਤਾਂ ਖੜਕਦਾ, ਅਤੇ ਜਦੋਂ ਅੰਦਰੋਂ ਭਰ ਜਾਂਦਾ ਫਿਰ ਤਾਂ ਆਵਾਜ਼ ਹੀ ਨਹੀਂ ਆਉਂਦੀ ਕੋਈ, ਫਿਰ ਤਾਂ ਉਹਦੇ ਵਿੱਚ ਮਤਲਬ ਭਰ ਜਾਂਦਾ। ਜਦੋਂ ਗਿਆਨ ਹੋ ਜਾਂਦਾ ਉਦੋਂ ਤਾਂ ਉਹਦੇ ਵਿੱਚ ਆਵਾਜ਼ ਹੀ ਨਹੀਂ ਆਉਂਦੀ। ਜਿੱਥੇ ਸਿਮਰਨ ਆ, ਜਿੱਥੇ ਬੰਦਗੀ ਹੈਗੀ, ਉੱਥੋਂ ਕੋਈ ਆਵਾਜ਼ ਨਹੀਂ ਹੋਣੀ। ਅਤੇ ਬਾਅਦ ਆਪਣੀਆਂ ਲੜਾਈਆਂ ਕੀ ਉਲਝੇ ਕਿਉਂ ਆਪਾਂ, ਕਿਉਂ ਮਤਭੇਦ ਆਪਣੇ ਵਿੱਚ ਕਿਉਂ, ਚਰਚਾ 'ਚ ਕਿਉਂ, ਹਰ ਇੱਕ ਗੱਲ 'ਤੇ ਗੁਰਬਾਣੀ ਦੇ ਉੱਤੇ ਆਪਾਂ ਜਿਹੜੇ ਆ ਕਿਉਂ ਉਲਝਦੇ ਹਾਂ, ਕਿਉਂ ਚਰਚਾ ਕਰਦੇ ਹਾਂ, ਕਿਉਂਕਿ ਕੋਲ ਸਿਰਫ ਗਿਆਨ ਹੀ ਰਹਿ ਗਿਆ, ਵਿਖਾਵੇ ਦਾ ਕਿਤਾਬਾਂ ਪੜ੍ਹੀਆਂ ਵਾ। ਅਸਲੀ ਜਿਹੜੀ ਖੇੜੀ, ਜਿਹੜੀ ਗੁਰੂ ਜਿੱਥੇ ਚੱਲਣ ਲਈ ਗੁਰੂ ਸਾਹਿਬ ਨੇ ਕਿਹਾ ਸੀ, ਬੰਦਗੀ ਕਰਨ ਲਈ, ਸਿਮਰਨ ਕਰਨ ਲਈ, ਉਹ ਛੱਡਤਾ। ਅਤੇ ਸਿਰਫ ਪੱਲੇ ਕੀ ਆ, ਗਿਆਨ ਲੈ ਕੇ ਚਰਚਾ ਕਰਨ ਲਈ ਤੁਰੇ ਹਾਂ। ਜਿਹੜਾ ਮਰਜ਼ੀ ਜਿੱਥੇ ਆਣ ਕੇ ਚਰਚਾ ਕਰ ਲਈ, ਇਹੀ ਵਾਦ ਵਿਵਾਦ ਆ। ਕੋਈ ਬਾਣੀ ਆ ਉੱਤੇ ਸਾਡਾ ਕਿੰਤੂ ਆ, ਨਿਤਨੇਮ 'ਤੇ ਸਾਡਾ ਕਿੰਤੂ, ਅੰਮ੍ਰਿਤ 'ਤੇ ਸਾਡਾ ਕਿੰਤੂ। ਕਿਉਂ? ਕਿਉਂਕਿ ਗਿਆਨਵਾਨ ਜ਼ਿਆਦਾ ਆਪਣੇ ਆਪ ਨੂੰ ਜ਼ਿਆਦਾ ਗਿਆਨਵਾਨ ਸਮਝਦੇ ਕਿ ਮੇਰੇ ਵਰਗਾ ਕੋਈ ਹੈ ਨਹੀਂ, ਮੈਨੂੰ ਗਿਆਨ ਬੜਾ, ਮੈਂ ਕਿਤਾਬਾਂ ਬੜੀਆਂ ਪੜ੍ਹੀਆਂ। ਉਹੀ ਪੜ੍ਹਾਈ ਦੀ ਗੱਲ ਇੱਥੇ ਗੁਰੂ ਸਾਹਿਬ ਕਰ ਰਹੇ ਆ। ਗੁਰੂ ਸਾਹਿਬ ਇੱਥੇ ਉਹੀ ਗੱਲ ਕਰ ਰਹੇ ਆ, ਨਾਨਕ ਲਿਖੇ ਇੱਕ ਗੱਲ, ਹੋਰ ਹੋਮੈ ਚਖਣਾ ਚਾਖ। ਗੁਰੂ ਸਾਹਿਬ ਤਾਂ ਇਹੀ ਕਹਿ ਰਹੇ ਆ ਕਿ ਮਤਲਬ ਗਿਆਨ ਤੋਂ ਬਿਨਾਂ ਜਿਹੜਾ ਅਸਲੀ ਗੱਲ, ਜਿਹੜਾ ਅਸਲੀ ਮਾਰਗ ਸੀ, ਜਿਹੜਾ ਅਸਲੀ ਹੀ ਚੀਜ਼, ਉਹ ਛੱਡਤੀ ਅਤੇ ਬਾਕੀ ਜਿਹੜਾ ਸੀ ਉਹ ਲੈ ਕੇ ਤੁਰੇ ਫਿਰਦੇ ਰਹੇ। ਅਸਲੀ ਜਿਹੜੀ ਚੀਜ਼ ਵਿੱਚੋਂ ਸਿੱਖਣੀ ਸੀ, ਸਾਰੀ ਰਾਤ ਕਿਤਾਬਾਂ ਪੜ੍ਹੀ ਜਾਓ, ਸਮਝੋ ਨਾ ਕਿ ਕੀ ਕਹਿ ਕੀ ਰਹੇ ਆ, ਅਤੇ ਉਹੀ ਬਸ ਗਿਆਨ। ਫਿਰ ਲੜਾਈ, ਜੋ ਉਹੀ ਲੜਾਈਆਂ ਹੀ ਆਪਣੇ ਘਰ ਦੇ ਵਿੱਚ ਕਿ ਮੈਂ ਬੜਾ ਗਿਆਨਵਾਨ, ਫਿਰ ਗਿਆਨ ਦੀਆਂ ਲੜਾਈਆਂ ਕਿ ਮੇਰੇ ਵਰਗਾ, ਮੇਰੇ ਨਾਲ ਤਾਂ ਕੋਈ ਜਿੱਤ ਹੀ ਨਹੀਂ ਸਕਦਾ। ਜਿੱਥੇ ਮਰਜ਼ੀ ਮੇਰੇ ਨਾਲ ਚਰਚਾ ਕਰ ਜਾਓ, ਇੱਥੇ ਆ ਜਾਓ, ਉੱਥੇ ਆ ਜਾਓ, ਜਿਹੜਾ ਮਰਜ਼ੀ ਆ ਜਾਏ, ਜਿੱਥੇ ਮਰਜ਼ੀ, ਮੇਰੇ ਨੂੰ ਨਹੀਂ ਜਿੱਤ ਸਕਦਾ। ਕਿਉਂਕਿ ਖਾਲੀ ਅੰਦਰੋਂ ਅਸਲੀ ਚੀਜ਼ ਜਿਹੜੀ ਸੀ, ਜਿੱਥੇ ਗੁਰੂ ਸਾਹਿਬ ਨੇ ਜੋੜਿਆ ਸੀ, ਸਿਮਰਨ ਬੰਦਗੀ, ਉਹ ਤਾਂ ਕੀਤੀ ਨਹੀਂ। ਬਸ ਗਿਆਨ ਕਿਤਾਬਾਂ ਪੜ੍ਹ ਛੱਡੀਆਂ, ਕਿਤਾਬਾਂ ਦਾ ਗਿਆਨ ਲੈ ਲਿਆ। ਅੱਗੇ ਮੇਰੇ ਮਾਲਕ ਫਰਮਾਉਂਦੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੜ ਬੀੜੀ ਪਾਈਏ। ਕਹਿੰਦੇ ਕਿ ਪਾਰ ਜਾਣ ਲੱਗਿਆਂ ਦੀ, ਭਾਵੇਂ ਕਿਤੇ ਦਰਿਆਓਂ ਪਾਰ ਜਾਣਾ, ਜੇ ਕਿਤੇ ਪਾਰ ਜਾਣਾ, ਅਤੇ ਬੇੜੀਆਂ ਭਰ ਲਈਏ ਕਿਤਾਬਾਂ ਦੀਆਂ। ਇੰਨੀਆਂ ਕਿਤਾਬਾਂ ਹੁਣ ਕਿ ਬੇੜੀਆਂ ਦੇ ਵਿੱਚ ਰੱਖੀਏ, ਬੇੜੀਆਂ ਭਰ ਜਾਣ। ਪੜ ਗੱਡੀਏ ਖਾਤ, ਕਿਤਾਬਾਂ ਕਹਿੰਦੇ ਖਾਤ ਮਤਲਬ ਹੁੰਦਾ ਟੋਆ, ਚਾਹੇ ਭੋਰਾ ਚਾਹੇ ਟੋਆ। ਕਹਿੰਦੇ ਕਿ ਪੜ੍ਹਨ ਤੋਂ ਬਾਅਦ ਜਿਹੜੀਆਂ ਕਿਤਾਬਾਂ, ਉਹਨਾਂ ਨੂੰ ਟੋਏ ਦੇ ਵਿੱਚ ਰੱਖ ਲਈਏ, ਭਾਵ ਭੋਰਾ ਪੁੱਟ ਕੇ ਉਹਦੇ ਵਿੱਚ ਸੰਭਾਲੀਏ। ਗੱਡੀਆਂ ਵੀ ਭਰੀਆਂ ਜਾਣ, ਉੱਦਾਂ ਵੀ ਪੜ੍ਹੀ ਜਾਈਏ ਅਤੇ ਬਾਅਦ ਵਿੱਚ ਉਹਨਾਂ ਨੂੰ ਪੜ੍ਹ ਕੇ ਚੇਲਿਆਂ ਨੂੰ ਵੀ ਪੜ੍ਹਾ ਲਈਏ। ਅਤੇ ਪੜ੍ਹਨ ਤੋਂ ਬਾਅਦ 'ਚ ਭੋਰੇ ਪੁੱਟ ਕੇ ਵੀ ਕਹਿੰਦੇ ਉਹ ਕਿਤਾਬਾਂ ਜਿਹੜੀਆਂ, ਉਹਨਾਂ ਨੂੰ ਭੋਰਿਆਂ ਦੇ ਵਿੱਚ ਵੀ ਰੱਖ ਲਈਏ। ਪੜ੍ਹੀਏ ਜਿੱਥੇ ਅੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੜ੍ਹੀਏ, ਪੜ ਗੱਡੀਏ ਖਾਤ, ਅਤੇ ਉਹਨਾਂ ਨੂੰ ਭੋਰਿਆਂ ਦੇ ਵਿੱਚ ਰੱਖ ਲਈਏ।
ਪੜ੍ਹੀ ਹੈ ਜੇਤੇ ਬਰਸ ਬਰਸ, ਕਹਿੰਦੇ ਜਿੰਨੇ ਸਾਲ ਸਾਰੀਆਂ ਕਿਤਾਬਾਂ ਪੜ੍ਹਦੇ ਰਹੀਏ ਸਾਰੇ ਸਾਲ। ਪੜ੍ਹੀਏ ਜੇਤੇ ਬਰਸ ਬਰਸ, ਸਾਰੇ ਸਾਲ ਕਿਤਾਬਾਂ ਪੜ੍ਹਦੇ ਰਹੀਏ। ਪੜ੍ਹੀਏ ਜੇਤੇ ਮਾਸ, ਕਹਿੰਦੇ ਜਿੰਨੇ ਮਹੀਨੇ ਆ ਸਾਲ ਦੇ ਵਿੱਚ, ਜਿੰਨੇ ਵੀ ਮਹੀਨੇ ਆ ਸਾਰਿਆਂ ਦੇ ਵਿੱਚ ਕਿਤਾਬਾਂ ਹੀ ਪੜ੍ਹਦੇ ਰਹੀਏ। ਪੜ੍ਹੀਏ ਜੇਤੀ ਆਰਜਾ, ਕਹਿੰਦੇ ਜਿੰਨੀ ਉਮਰ ਆ ਸਾਰੀ ਉਮਰ ਪੜ੍ਹੀ ਜਾਈਏ ਪੜ੍ਹੀ ਜਾਈਏ ਅੰਤਿਮ ਸਮੇਂ ਤੱਕ। ਕਹਿੰਦੇ ਕਿਤਾਬਾਂ ਦਾ ਗਿਆਨ ਲਈ ਜਾਈਏ ਲਈ ਜਾਈਏ, ਕਿਤਾਬਾਂ ਵੱਖਰੀਆਂ ਵੱਖਰੀਆਂ ਪੜ੍ਹੀ ਜਾਈਏ। ਪੜ੍ਹੀਏ ਜੇਤੇ ਸਾਸ, ਕਹਿੰਦੇ ਜਿੰਨੇ ਸਵਾਸ ਆ ਸਵਾਸਾਂ ਦੇ ਨਾਲ ਅੰਤਿਮ ਸਵਾਸ ਆਉਣ ਤੱਕ ਕਿਤਾਬਾਂ ਪੜ੍ਹੀ ਜਾਈਏ। ਨਾਨਕ ਪੜ੍ਹੀਏ ਜੇਤੇ ਸਾਸ, ਕਹਿੰਦੇ ਅੰਤਿਮ ਸਮੇਂ ਤੱਕ ਕਿਤਾਬਾਂ ਪੜ੍ਹੀ ਜਾਈਏ। ਨਾਨਕ ਲਿਖੇ ਇੱਕ ਗੱਲ ਹੋਰ ਹਉਮੈ ਚੱਕ ਨਾ ਝਾਕ। ਗੁਰੂ ਸਾਹਿਬ ਕਹਿੰਦੇ ਬਾਕੀ ਤੇ ਸਾਰਾ ਜਿਹੜਾ ਹਉਮੈ ਦਾ ਹੀ ਰੋਣਾ ਵਾ। ਅਸਲ ਗੱਲ ਜਿਹੜੀਆਂ ਡਿਗਰੀਆਂ ਸਾਧ ਸੰਗਤ ਅੱਜ ਵੀ ਐਵੇਂ ਹੀ ਆ, ਹਉਮੈ ਦਾ ਰੋਣਾ। ਸਾਰਾ ਉਮਰ ਪੜ੍ਹਦੇ ਰਹੇ, MA BA BEd PhD ਕੀਤੀਆਂ ਤੇ ਸਾਰ ਲਾਸਟ ਸਮੇਂ ਕੀ ਆ ਰੋਣਾ ਹੀ ਆ ਪੱਲੇ ਲੈ ਕੇ ਤੁਰੇ ਫਿਰਦੇ ਆ। ਨੌਕਰੀ ਕੋਈ ਕਿਸੇ ਨੂੰ ਮਿਲਦੀ ਨਹੀਂ, ਸਾਰਾ ਉਮਰ ਫਿਰ ਪਛਤਾਉਂਦੇ ਆ ਕਿ ਸਾਰੀ ਜਿਹੜੀ ਉਮਰ ਹੀ ਉਹ ਵਿਅਰਥ ਕਰਦੀ, ਅੱਧੀ ਉਮਰ ਵਿਅਰਥ ਕਰ ਲਈ। ਤੇ ਜੇ ਉਹੀ ਜਪਜੀ ਸਾਹਿਬ ਸੁਖਮਨੀ ਸਾਹਿਬ ਕੀਤਾ ਹੁੰਦਾ, ਪਿਆਰ ਦੇ ਵਿੱਚ ਬੈਠੇ ਹੁੰਦੇ ਗੁਰੂ ਨਾਨਕ ਗੁਰੂ ਪਾਤਸ਼ਾਹ ਦੇ ਕੋਲ, ਤੇ ਘੱਟੋ ਘੱਟ ਅੰਤਰ ਸ਼ਾਂਤੀ ਤੇ ਹੁੰਦੀ। ਲੜਾਈ ਝਗੜਾ ਖਲਾਰਾ ਤੇ ਨਾ ਹੁੰਦਾ, ਅੰਦਰ ਸ਼ਾਂਤੀ ਹੁੰਦੀ, ਕੁਛ ਮਿਲਦਾ ਕੁਛ। ਤੇ ਪਰ ਉਹੋ ਹੀ ਰੋਣਾ, ਪੜ੍ਹੀਆਂ ਉਹ ਕਿਤਾਬਾਂ ਦਾ ਰੋਣਾ। ਲਾਸਟ ਕੀ ਮਿਲਿਆ ਉੱਥੋਂ? ਡਿਗਰੀਆਂ ਚੁੱਕ ਕੇ ਤੁਰੇ ਫਿਰੇ, ਜ਼ੀਰੋ, ਕੋਈ ਵੀ ਨਹੀਂ ਮੁੱਲ ਪਿਆ ਉਹਦਾ। ਸਾਰੇ ਸਾਧ ਸੰਗਤ ਜਿਵੇਂ ਹੀ ਆਲੇ ਦੁਆਲੇ ਆਪਣੇ ਕੀ ਡਿਗਰੀਆਂ ਦੇ ਹਉਮੈ, ਬਸ ਹਉਮੈ ਹੀ ਡਿਗਰੀਆਂ ਕਿ ਮੈਂ ਬੜਾ ਪੜ੍ਹਿਆ ਲਿਖਿਆ, ਮੇਰਾ ਬੱਚਾ ਮੇਰੀ ਭੈਣ ਮੇਰਾ ਭਰਾ ਜਿਹੜਾ ਇੰਨਾ ਪੜ੍ਹਿਆ ਵਾ BA MA ਕੀ ਤੇ ਉਹ ਕੀ ਵੀ ਆ ਸਾਰਾ ਆਪਣੇ ਵਿੱਚ ਹੀ ਆ, ਰੇੜੀਆਂ ਲਾ ਕੇ ਤੁਰੇ ਫਿਰਦੇ। ਸਾਰਾ ਕੁਛ ਵੀ ਨਹੀਂ, ਵਿਹਲੇ ਤੁਰੇ ਫਿਰਦੇ ਆ। ਤੇ ਉਹ ਹਉਮੈ, ਇੱਕ ਹਉਮੈ ਚੁੱਕੀ ਪੜ੍ਹਿਆ ਸਾਰੀ ਉਮਰ ਉਹ ਹਉਮੈ, ਤੇ ਉਹ ਹਉਮੈ ਝਕਣਾ ਝਾਕ ਹਉਮੈ ਵਿੱਚ ਹੀ ਝੱਖ ਮਾਰਦੇ ਰਹੇ, ਸਾਰੀ ਉਮਰ ਲੰਘ ਗਈ ਏਦਾਂ ਹੀ। ਤੇ ਜੇ ਉਹੀ ਉਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬੈਠੇ ਹੁੰਦੇ, ਆਪਣੀਆਂ ਡਿਗਰੀਆਂ ਛੱਡ ਕੇ, ਹਉਮੈ ਆਪਣੀ ਛੱਡ ਕੇ। ਪੜ੍ਹਨਾ ਮਾੜਾ ਨਹੀਂ ਸਾਧ ਸੰਗਤ, ਪੜ੍ਹਨਾ ਵਧੀਆ। ਇਹ ਨਹੀਂ ਕਿ ਜਿਹੜੀ ਗੁਰਮਤਿ ਵਿਰੋਧ ਕਰਦੀ ਪੜ੍ਹਨ ਦੇ, ਪਰ ਪੜ੍ਹੋ ਉਹਦੇ ਨਾਲ, ਗੁਰਬਾਣੀ ਦੇ ਨਾਲ ਵੀ ਜੁੜੋ। ਗੁਰੂ ਨਾਨਕ ਪਾਤਸ਼ਾਹ ਨੂੰ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ ਆਪਣੇ ਨੂੰ, ਤੇ ਆਪਾਂ ਕਦੀ ਇਹ ਵੀ ਸੋਚਦੇ ਹਾਂ ਕਿ ਸਾਡੇ ਬੱਚੇ ਉੱਠ ਕੇ ਨੇਤਰੇਮ ਕਰਦੇ? ਜੇ ਆਪਾਂ ਉਹੀ ਅਸਲੀ ਚੀਜ਼ ਮੂਲ ਨਾਲੋਂ ਹੀ ਉਹਨਾਂ ਨੂੰ ਤੋੜਤਾ, ਕੌਨਵੈਂਟ ਸਕੂਲਾਂ 'ਚ ਪੜ੍ਹਾਇਆ, ਇੰਨੇ ਪੈਸੇ ਲਾਏ ਪਿੱਛੋਂ, ਤੇ ਉਹ ਖਲਾਰਾ ਕਿਉਂ ਆ? ਕਿਉਂ? ਬੱਚੇ ਜਿਹੜੇ ਮਾਂ ਬਾਪ ਦੀ ਗੱਲ ਨਹੀਂ ਸੁਣਦੇ, ਬੱਚੇ ਮਾਂ ਬਾਪ ਦੀ ਸਮਝਦੇ ਨਹੀਂ ਆ। ਇੱਜ਼ਤ ਕਿਉਂ ਨਹੀਂ ਹੋ ਰਹੀ ਅੱਜ ਕੱਲ੍ਹ? ਕਿਉਂਕਿ ਆਪਾਂ ਮੂਲ ਨਾਲੋਂ ਤੋੜ ਰਹੇ ਉਹਨਾਂ ਨੂੰ। ਗੁਰੂ ਘਰ ਕਦੀ ਆਪ ਨਹੀਂ ਗਏ, 8 ਵਜੇ ਉੱਠੇ, 8 ਵਜੇ ਉੱਠ ਕੇ ਆਪ ਜਦੋਂ ਨਿਤਨੇਮ ਨਹੀਂ ਕੀਤਾ, ਜਦੋਂ ਮਾਂ ਨਿਤਨੇਮ ਨਹੀਂ ਕਰਦੀ, ਮਾਂ ਬਾਪ ਨਿਤਨੇਮ ਨਹੀਂ ਕਰਦਾ, ਭੈਣ ਨਹੀਂ ਕਰਦੀ, ਭਰਾ, ਬੱਚਾ ਕਿੱਥੋਂ ਕਰੂ? ਤੇ ਜੇ ਆਪਾਂ ਉੱਠਾਂਗੇ ਅੰਮ੍ਰਿਤ ਵੇਲੇ ਬੱਚੇ ਨੂੰ ਉਠਾਵਾਂਗੇ, ਪੁੱਤ ਪਹਿਲਾਂ ਤੂੰ ਉੱਠ, ਨਿਤਨੇਮ ਕਰ, ਸਵਾ ਸਿਮਰਨ ਕਰ, ਆਹ ਸਿਮਰਨ ਆਏ ਆਪਾਂ ਕਰਨਾ, ਕਿਉਂ ਕਰਨਾ ਵਾ, ਕਿਉਂ ਜ਼ਰੂਰੀ ਆ, ਗੁਰੂ ਪਾਤਸ਼ਾਹ ਕੀ ਕਹਿ ਰਹੇ ਆ, ਨਿਤਨੇਮ ਕਰਨਾ ਕਿਉਂ ਕਰਨਾ, ਕਿਹਨੇ ਦਿੱਤਾ ਆਪਣਾ? ਆਪਾਂ ਬੱਚੇ ਨੂੰ ਦੱਸਾਂਗੇ, ਆਪਾਂ ਕਰਾਂਗੇ। ਜੇ ਮਾਂ ਕਰੂਗੀ ਤੇ ਬੱਚਾ ਆਪਣੇ ਆਪ ਪਿੱਛੇ ਕਰੂਗਾ। ਤੇ ਜੇ ਮਾਂ ਨੇ ਹੀ ਨਹੀਂ ਕਰਨਾ, 9 ਵਜੇ ਮਾਂ ਨੇ ਉੱਠ ਕੇ 8 ਵਜੇ ਬੱਚੇ ਨੂੰ ਟਿਫਨ ਬਣਾ ਕੇ ਸਕੂਲ ਤੋਰਨਾ, ਤੇ ਉੱਥੇ ਕੌਨਵੈਂਟ PH ਦੀਆਂ ਜਿਹੜੀਆਂ ਪੜ੍ਹੀਆਂ ਕਿਤਾਬਾਂ ਫਿਰ ਉਹ ਕੰਮ ਨਹੀਂ ਹੋਣੀਆਂ ਸਾਧ ਸੰਗਤ, ਜੇ ਮੂਲ ਨਾਲੋਂ ਬੱਚੇ ਨੂੰ ਤੋੜਤਾ। ਕਿ ਮੂਲ ਨਾਲ ਤੋੜਾਂਗੇ ਉਹਨੂੰ, ਫਿਰ ਉਹ ਜਿਹੜੇ ਹਉਮੈ ਝਕਣਾ ਝਾਕ ਵਾਲੀ ਗੱਲ ਹੀ ਸਤਿਗੁਰੂ ਕਹਿੰਦੇ ਹੁੰਦੀ ਲਾਸਟ ਦੇ ਵਿੱਚ। ਤੇ ਜੇ ਆਪਾਂ ਉੱਠਾਂਗੇ ਅੰਮ੍ਰਿਤ ਵੇਲੇ, ਬੱਚੇ ਨੂੰ ਬਿਠਾਵਾਂਗੇ, ਗੁਰੂ ਘਰ ਲੈ ਕੇ ਜਾਵਾਂਗੇ, ਗੁਰੂ ਸਾਹਿਬ ਦੇ ਕੋਲ ਬਿਠਾਵਾਂਗੇ ਉਹਨੂੰ ਦੱਸਾਂਗੇ, ਪੁੱਤਰ ਆਹ ਹੁਕਮਨਾਮਾ ਗੁਰੂ ਸਾਹਿਬ ਦਾ, ਗੁਰੂ ਸਾਹਿਬ ਅੱਜ ਆਪਾਂ ਨੂੰ ਆਹ ਕਰਨ ਲਈ ਕਹਿ ਰਹੇ ਆ, ਆਹ ਕਹਿ ਰਹੇ ਆ ਗੁਰੂ ਸਾਹਿਬ, ਇੱਥੋਂ ਆਪਾਂ ਨੂੰ ਵਰਜ ਰਹੇ ਆ, ਤੇ ਇਹਨੂੰ ਸਾਰਾ ਦਿਨ ਆਪਾਂ ਮਨ ਦੇ ਵਿੱਚ ਰੱਖਣਾ, ਉਹਦੇ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਨਾ। ਤੇ ਸਾਧ ਸੰਗਤ ਆਪਣਾ ਬੱਚਾ ਜਿਹੜਾ ਕਦੀ ਵੀ ਜਿਹੜਾ ਵਾ ਗੁਰੂ ਸਾਹਿਬ 'ਤੇ ਵਿਸ਼ਵਾਸ, ਅਰਦਾਸ ਬੇਨਤੀ ਕਰੀਏ, ਤੇ ਗੁਰੂ ਸਾਹਿਬ ਕਦੀ ਵੀ ਨਹੀਂ ਹੋਊਗਾ ਕਿ ਉਹ ਮਾੜੇ ਪਾਸੇ ਜਾਊਗਾ। ਕਦੀ ਵੀ ਨਹੀਂ ਹੋਊਗਾ ਕਿ ਆਪਣੇ ਬਜ਼ੁਰਗਾਂ ਦੀ ਜਿਹੜੀ ਇੱਜ਼ਤ ਨਹੀਂ ਕਰੂਗਾ, ਬੱਚੀਆਂ ਦੀ ਇੱਜ਼ਤ ਨਹੀਂ ਕਰੂਗਾ, ਬਾਹਰ ਜਾ ਕੇ ਗਲਤ ਹਰਕਤ ਕਰੂਗਾ। ਤੇ ਜਦੋਂ ਆਪਾਂ ਮੂਲ ਨਾਲੋਂ ਹੀ ਤੋੜਤਾ ਬੱਚਿਆਂ ਨੂੰ, ਸਿਰਫ ਤੇ ਸਿਰਫ ਕੇਵਲ ਮੂਲ ਨਾਲ, ਗੁਰਬਾਣੀ ਨਾਲ ਜੋੜਿਆ ਨਹੀਂ, ਨਿਤਨੇਮ ਦੱਸਿਆ ਨਹੀਂ, ਉਹਨਾਂ ਨੂੰ ਦੱਸਿਆ ਨਹੀਂ ਕਿ ਅਸੀਂ ਗੁਰੂ ਘਰ ਵੀ ਆਉਣਾ ਸੀ, ਅਸੀਂ ਕਿਹਦੇ ਬੱਚੇ ਹਾਂ। ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੌਣ ਸੀ? ਗੁਰੂ ਨਾਨਕ ਪਾਤਸ਼ਾਹ ਕੌਣ ਸੀ? ਆਸਾ ਦੀ ਵਾਰ ਦਾ ਪਤਾ ਨਹੀਂ ਬੱਚਿਆਂ ਨੂੰ, ਜਪਜੀ ਸਾਹਿਬ ਦਾ ਨਹੀਂ ਪਤਾ, ਪਤਾ ਨਹੀਂ ਗੁਰੂ ਘਰ ਕਿਉਂ ਜਾਂਦੇ ਹਾਂ। ਤੇ ਸਾਧ ਸੰਗਤ ਫਿਰ ਐਵੇਂ ਹੀ ਆ, ਫਿਰ ਉਹ ਆਪਾਂ ਕਿੱਥੋਂ ਲੱਭਣਾ? ਫਿਰ ਉਹ ਕਿੱਥੋਂ ਟਿਕਾ, ਕਿੱਥੋਂ ਮਿਲਣਾ, ਇੱਜ਼ਤ ਕਿੱਥੋਂ ਮਿਲਣੀ? ਮੂਲ ਨਾਲੋਂ ਤੋੜ ਕੇ ਇੱਜ਼ਤ ਜਿਹੜੀ, ਉਹ ਫਿਰ ਗੱਡੀ ਪੜ੍ਹ ਕੇ, ਗੱਡੀ ਵਾਲਾ ਹਿਸਾਬ ਆ ਕਿ ਪੜ੍ਹ ਕੇ ਫਿਰ ਕਾਲਜਾਂ ਜਿੰਨੀਆਂ ਮਰਜ਼ੀ ਡਿਗਰੀਆਂ ਲੈ ਲਓ, ਉਹਦਾ ਕੋਈ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿੰਨੇ ਮਰਜ਼ੀ ਗਿਆਨਵਾਨ ਦੋ ਉਹਨਾਂ ਚਰਚਾ ਹੀ ਕਰਾਂਗੇ, ਬਸ ਚਰਚਾ ਦੇ ਵਿੱਚ ਹੀ ਪਵਾਂਗੇ, ਉਹਦੇ ਨਾਲ ਕੋਈ ਮਤਲਬ ਉਹ ਤੇ ਬਸ ਇਹੋ ਹੀ ਆ ਕਿ ਜਿੱਥੇ ਮਰਜ਼ੀ ਮਿਲਣਾ ਆ ਜਾਓ, ਉਲਝਣਾ, ਖਿੱਚੋ ਤਾਣਾ ਆਲੇ ਦੁਆਲੇ, ਬਸ ਲੜਾਈਆਂ ਝਗੜੇ ਇਹੋ ਹੀ ਆ ਅੱਜ ਕੱਲ੍ਹ। ਸਾਧ ਸੰਗਤ ਹੈਗਾ ਕਿ ਅੱਜ ਕੱਲ੍ਹ ਕੀ ਹੋ ਰਿਹਾ? ਇਹੀ ਆ, ਜਿੱਥੇ ਮਰਜ਼ੀ ਵੇਖ ਲਓ ਆਪਣਾ ਗੁਰਬਾਣੀ ਦੇ ਉੱਤੇ ਵਿਚਾਰ ਮਤਭੇਦ ਆ। ਕੋਈ ਵੀ ਕਿਤੇ ਵੀ ਅੰਮ੍ਰਿਤ ਦੇ ਉੱਤੇ ਆਪਾਂ ਸਵਾਲ ਚੁੱਕੇ, ਨਿਤਨੇਮ ਤੇ ਆਪਾਂ ਚੁੱਕੇ, ਕਿਉਂ ਚੁੱਕੇ? ਕਿਉਂਕਿ ਸਾਰੇ ਹੀ ਪੜ੍ਹੇ ਬਹੁਤੇ ਸਿਆਣੇ ਵਿਦਵਾਨ ਆਪਣੇ ਆਪ ਨੂੰ ਸਮਝਦੇ, ਕਹਿੰਦੇ ਗੁਰੂ ਸਾਹਿਬ ਤੇ ਗਲਤ ਆ, ਅਸੀਂ ਚੰਗੇ, ਅਸੀਂ ਸਿਆਣੇ, ਸਾਨੂੰ ਗਿਆਨ, ਇੰਨਾ ਗਿਆਨ ਤੇ ਕਿਸੇ ਨੂੰ ਹੈ ਹੀ ਨਹੀਂ। ਇਹ ਕਰਕੇ ਜਿਹੜੀ ਆ, ਜਦੋਂ ਆਪਾਂ ਜ਼ਿਆਦਾ ਗਿਆਨਵਾਨ ਹੁੰਦੇ ਹਾਂ, ਕੇਵਲ ਤੇ ਕੇਵਲ ਪੜ੍ਹਦੇ ਹੀ ਆ ਨਾ, ਫਿਰ ਉਦੋਂ ਜਿਹੜੀਆਂ ਇਹ ਵਿੱਚ ਇਹ ਮਤਭੇਦ ਹੀ ਆ,
ਆਪ ਤੇ ਚੇਲੇ ਸਾਰੇ ਕੀ ਕਰਦੇ ਅੱਜ ਕੱਲ੍ਹ ਇਹੋ ਹੀ ਆ ਸਾਥੀਆਂ ਨਾਲ ਦੇ ਚੇਲਿਆਂ ਨੂੰ ਪੜ੍ਹਾਉਂਦੇ ਆ ਤੇ ਪੜ੍ਹਾ ਕੇ ਉਹਨਾਂ ਨੂੰ ਕਹਿੰਦੇ ਚਰਚਾ ਕਰੋ ਬਸ ਤੁਸੀਂ ਹੁਣ ਚਰਚਾ ਕਰੋ ਤੇ ਚਰਚਾ ਕਰੋ ਨਾਮ ਨਹੀਂ ਦੇਣਾ ਬਸ ਚਰਚਾ ਕਰਨੀ ਤੁਸੀਂ ਅੱਗੇ ਜਾ ਕੇ ਨਾਮ ਤੇ ਲੋਕਾਂ ਨੇ ਜਪਣਾ ਨਾਮ ਤੇ ਤੁਸੀਂ ਲੋਕਾਂ ਨੂੰ ਦੇਣਾ ਉਹ ਤੇ ਲੋਕਾਂ ਨੇ ਜਪਣਾ ਸਿਮਰਨ ਵੀ ਲੋਕਾਂ ਨੇ ਕਰਨਾ ਤੁਸੀਂ ਸਿਰਫ ਉਪਦੇਸ਼ ਹੀ ਦੇਣਾ ਆਪ ਉਪਦੇਸ਼ ਆਪ ਨਾ ਕਰੇ ਆਵੇ ਜਾਵੇ ਜਨਮੀ ਮਰੇ ਗੁਰੂ ਸਾਹਿਬ ਤੇ ਇਹ ਗੱਲ ਕਹਿੰਦੇ ਸੀ ਕਿ ਔਰ ਦੂਜਿਆਂ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਆਪ ਉਹਨੂੰ ਖੁਦ ਕਵਾਉਣਾ ਦੂਜਿਆਂ ਨੂੰ ਨਾਮ ਜਪਣ ਤੋਂ ਕਹਿਣ ਤੋਂ ਪਹਿਲਾਂ ਖੁਦ ਉਹਨੂੰ ਆਪ ਜਪਣਾ ਤੇ ਦੂਜਿਆਂ ਨੂੰ ਨਿਤਨੇਮ ਕਰਨ ਤੋਂ ਪਹਿਲਾਂ ਖੁਦ ਨੂੰ ਆਪ ਕਰਨਾ ਦੂਜਿਆਂ ਨੂੰ ਗੁਰੂ ਘਰ ਜਾਣ ਤੋਂ ਪਹਿਲਾਂ ਖੁਦ ਆਪ ਜਾਣਾ ਪਹਿਲਾਂ ਵੇਖਣਾ ਕਿ ਉੱਥੇ ਕੀ ਹੈ ਇਹ ਚੀਜ਼ ਦਾ ਜਿਹੜਾ ਉਹ ਅਸਰ ਕੀ ਆ ਫਿਰ ਦੂਜਿਆਂ ਨੂੰ ਉਪਦੇਸ਼ ਦੇਣਾ ਤੇ ਜੇ ਆਪਾਂ ਸਾਧ ਸੰਗਤ ਆਪ ਕੀਤਾ ਹੀ ਨਹੀਂ ਉਹ ਜੇ ਆਪਾਂ ਕਦੇ ਗੁਰੂ ਘਰ ਗਏ ਨਹੀਂ ਤਾਂ ਉੱਤੋਂ ਲੋਕਾਂ ਨੂੰ ਕਹੀ ਜਾਈਏ ਹਾਂ ਗੁਰੂ ਘਰ ਜਾਇਆ ਕਰੋ ਰੋਜ਼ ਜਾਇਆ ਕਰੋ ਤਾਂ ਉਹਦਾ ਕੀ ਫਾਇਦਾ ਉਹਦਾ ਕੋਈ ਬਹੁਤਾ ਜਿਹੜਾ ਦੂਸਰੇ 'ਤੇ ਅਸਰ ਵੀ ਜਿਹੜਾ ਨਹੀਂ ਹੁੰਦਾ ਤੇ ਜੇ ਅਸੀਂ ਆਪ ਜਾਵਾਂਗੇ ਤਾਂ ਫਿਰ ਦੂਜੇ ਨੂੰ ਵੀ ਦੱਸਾਂਗੇ ਤੇ ਜੇ ਆਪ ਨਿਤਨੇਮ ਕੀਤਾ ਨਹੀਂ ਤੇ ਦੂਜੇ ਨੂੰ ਉਪਦੇਸ਼ ਫਿਰ ਉਹ ਉਪਦੇਸ਼ ਹੀ ਦਿੰਦੇ ਆ ਜਿਹੜੇ ਚੇਲੇ ਆ ਕਿ ਪੜ੍ਹਾ ਕੇ ਕਿਤਾਬਾਂ ਦੇ ਉਪਦੇਸ਼ ਹੀ ਦਿੰਦੇ ਕਿ ਤੁਸੀਂ ਹਾਂ ਇੱਥੇ ਆ ਵਾ ਇੱਥੇ ਤੇ ਤੁਸੀਂ ਦੂਜੇ ਨੂੰ ਆ ਦੱਸਣਾ ਫਿਰ ਉਹ ਸਿਮਰਨ ਨਹੀਂ ਵਿੱਚ ਰਹਿੰਦਾ ਬੰਦਗੀ ਨਹੀਂ ਰਹਿੰਦੀ ਸਾਥ ਜੋ ਸਿਮਰਨ ਬੰਦਗੀ ਨਿਤਨੇਮ ਜਿਹੜਾ ਉਹ ਖੁੱਸ ਜਾਂਦਾ ਫਿਰ ਚਲੇ ਜਾਂਦਾ ਹੱਥ ਦੇ ਵਿੱਚੋਂ ਫਿਰ ਟਕਰਾਅ ਰੋਣ ਵੈਰ ਵਿਰੋਧ ਸਾਰੇ ਜਿਹੜਾ ਇਹ ਫਿਰ ਸਾਰਾ ਕੁਛ ਜਿਹੜਾ ਉਪਜਦਾ ਤੇ ਜਦੋਂ ਆਪਣਾ ਕੋਸ਼ਿਸ਼ ਕਰੀਏ ਆਪਾਂ ਵੀ ਕਿ ਆਪਣੇ ਬੱਚਿਆਂ ਦੇ ਨਾਲ ਦੁਨਿਆਵੀ ਪੜ੍ਹਾਈ ਦੇ ਨਾਲ ਜਿਹੜਾ ਵਾ ਗੁਰੂ ਦੇ ਨਾਲ ਜੋੜੀਏ ਗੁਰਮਤਿ ਦੇ ਨਾਲ ਜੋੜੀਏ ਉਹਨਾਂ ਨੂੰ ਦੱਸੀਏ ਜੇ ਆਪ ਮਾਂ ਨਿਤਨੇਮ ਕਰੂਗੀ ਜੇ ਆਪਾਂ ਅੰਮ੍ਰਿਤ ਵੇਲੇ ਉੱਠਾਂਗੀਆਂ ਤੇ ਬੱਚੇ ਜੇ ਇੱਜ਼ਤ ਚਾਹੁੰਦੇ ਆ ਕਿ ਅੱਗੇ ਜਾ ਕੇ ਸਾਡੀ ਬੱਚੇ ਇੱਜ਼ਤ ਕਰਨ ਸਾਡਾ ਕਹਿਣਾ ਮੰਨਣ ਤੇ ਫਿਰ ਸਾਸਕ ਦਾ ਇੱਕੋ ਹੀ ਰਸਤਾ ਗੁਰੂ ਘਰ ਜਾਓ ਗੁਰਬਾਣੀ ਨਾਲ ਜੁੜੋ ਆਪਣੇ ਨਿਤਨੇਮ ਕਰੋਗੀਆਂ ਬੱਚੇ ਵੀ ਸਵੇਰੇ ਤੁਹਾਡੇ ਵੱਲ ਵੇਖ ਕੇ ਕਰਨਗੇ ਕਿਉਂਕਿ ਮੋਸਟਲੀ ਬੱਚੇ ਉਹੀ ਕਰਦੇ ਜੋ ਮਾਂ ਕਰਦੀ ਤੇ ਜੇ ਮਾਂ 8 ਵਜੇ ਉੱਠਣ ਲੱਗੀ ਤੇ ਬੱਚੇ ਕਿੱਥੋਂ ਪਹਿਲਾਂ ਉੱਠਣਗੇ ਤੇ ਜੇ ਆਪਾਂ ਕਹਿ ਕੇ ਬੱਚੇ ਨੂੰ ਉਠਾਓ ਉੱਠ ਜਾਓ ਤੁਸੀਂ ਉੱਠ ਕੇ ਗੁਰੂ ਘਰ ਚਲ ਜਾਓ ਤੇ ਬੱਚੇ ਨਹੀਂ ਜਾਂਦੇ ਸਾਧ ਸੰਗਤ ਪਹਿਲਾਂ ਆਪ ਉੱਠਣਾ ਪੈਣਾ ਆਪ ਜਾਣਾ ਪੈਣਾ ਫਿਰ ਬੱਚੇ ਨਾਲ ਤੁਰਦੇ ਤੇ ਇਹ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਸੋਝੀ ਬਖਸ਼ਣ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਲੈਣ ਗੁਰਬਾਣੀ ਦੇ ਨਾਲ ਜੋੜ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ